ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਜਲੰਧਰ, ਫਰੀਦਕੋਟ, ਹੁਸ਼ਿਆਰਪੁਰ ਤੇ ਆਲੇ ਦੁਆਲੇ ਦੇ ਹੋਰ ਖੇਤਰਾਂ ਦੇ ਵਿੱਚ ਝੋਖਾ ਮੀਂਹ ਪਿਆ। ਮੀਂਹ ਮਾਲਵਾ ਖੇਤਰ ਦੇ ਵਿੱਚ ਵੀ ਪਿਆ, ਦੁਆਬੇ ਦੇ ਵਿੱਚ ਵੀ ਤੇ ਕੁਝ ਕੁ ਮਾਝੇ ਦੇ ਖੇਤਰ ਦੇ ਵਿੱਚ ਵੀ ਪੈਣ ਦੀਆਂ ਖਬਰਾਂ ਪ੍ਰਾਪਤ ਹੋਈਆਂ। ਯਾਨੀ ਕਿ ਇਸ ਮੀਂਹ ਦੀ ਲੋੜ ਵੀ ਸੀ ਤੇ ਜਲੰਧਰ ਦੇ ਵਿੱਚ ਅੱਜ ਜਿਵੇਂ ਕੁਝ ਕੁ ਦੇਰ ਦੇ ਲਈ ਝੜੀ ਵਾਲਾ ਮਾਹੌਲ ਬਣਿਆ ਰਿਹਾ, ਝੜੀ ਵਾਲਾ ਮੌਸਮ ਸੀ। ਉਸ ਤੋਂ ਬਾਅਦ ਕਿਸਾਨ ਭਾਈਚਾਰਾ ਜਿਹੜਾ ਉਹ ਖੁਸ਼ੀ ਦੇ ਆਲਮ ਦੇ ਵਿੱਚ ਵਕਤੀ ਤੌਰ ਦੇ ਉੱਤੇ, ਕਿਉਂਕਿ ਝੋਨੇ ਦੀ ਫਸਲ ਨੂੰ ਇਸ ਵਕਤ ਮੀਂਹ ਚੋਖਾ ਚਾਹੀਦਾ, ਯਾਨੀ ਕਿ ਖੂਬ ਪਾਣੀ ਦੀ ਜ਼ਰੂਰਤ ਹੈ। ਤੇ ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਵੀ ਪੰਜਾਬ 'ਚ ਬੱਦਲਵਾਈ ਰਹਿਣੀ ਹੈ, ਗਰਮੀ ਘਟੀ ਰਹਿਣੀ ਹੈ ਤੇ ਕਈ ਥਾਵਾਂ ਦੇ ਉੱਤੇ ਹੋਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਭਾਰਤ ਸਮੇਤ ਪੰਜਾਬ ਤੇ ਹਰ ਪਾਸੇ ਕਰੋਨਾ ਦੇ ਵੱਧਦੇ ਕਹਿਰ ਦੇ ਨਾਲ ਸੰਬੰਧਿਤ ਹੈ। ਭਾਰਤ ਦੇ ਵਿੱਚ ਲਗਾਤਾਰ ਕਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ, ਪਰ ਜਿਹੜੀ ਪੰਜਾਬ ਦੇ ਨਾਲ ਸੰਬੰਧਿਤ ਖਬਰ ਆ ਉਹ ਸੱਚੀ ਮੁੱਚੀ ਚਿੰਤਤ ਕਰਨ ਵਾਲੀ ਹੈ। ਹਾਲਾਂਕਿ ਅਸੀਂ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਸਮੇਂ-ਸਮੇਂ ਤੇ ਸਵਾਲ ਚੁੱਕੇ ਆ ਵੀ ਰਾਤ ਦੇ ਵੇਲੇ ਕਰਫਿਊ ਲਾ ਦੇਣਾ, ਦਿਨ ਦੇ ਵੇਲੇ ਸਭ ਕੁਝ ਖੁੱਲ੍ਹਾ ਹੋ ਜਾਣਾ, ਇਹਦੇ ਨਾਲ ਕਰੋਨਾ ਨੂੰ ਕਿਵੇਂ ਠੱਲ ਪਊਗੀ, ਸਵਾਲ ਇਹ ਮਨ ਦੇ ਵਿੱਚ ਹਰ ਕਿਸੇ ਦੇ ਪੈਦਾ ਹੁੰਦਾ। ਪਰ ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਵੇਂ ਸਿਰਿਓਂ ਲੋਕਡਾਊਨ ਦਾ ਐਲਾਨ ਕੀਤਾ ਗਿਆ, ਜਿਸ ਤਰੀਕੇ ਨਾਲ ਰਾਤ ਦੇ ਵੇਲੇ ਕਰਫਿਊ ਦਾ ਐਲਾਨ ਕੀਤਾ ਗਿਆ, ਉਸ ਤੋਂ ਬਾਅਦ ਇਹ ਗੱਲ ਸਮਝਣੀ ਔਖੀ ਨਹੀਂ ਕਿ ਪੰਜਾਬ ਇਸ ਵਕਤ ਮੁਸ਼ਕਲ ਸਥਿਤੀ ਦੇ ਵਿੱਚੋਂ ਗੁਜ਼ਰ ਰਿਹਾ। ਪੰਜਾਬ ਦੇ ਵਿੱਚ ਲਗਾਤਾਰ ਕਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। ਹਰ ਰੋਜ਼ 1400 ਤੋਂ ਲੈ ਕੇ 1700 ਨਵਾਂ ਮਰੀਜ਼ ਸਾਹਮਣੇ ਆ ਰਿਹਾ। ਹੁਣ ਤਾਂ ਪਿੰਡ ਦੇ ਵਿੱਚੋਂ ਵੀ ਮਰੀਜ਼ ਲੱਭ ਜਾਂਦੇ ਆ। ਹਾਲਾਂਕਿ ਇਹ ਇੱਕ ਚੰਗੀ ਗੱਲ ਹੈ ਕਿ ਮਰੀਜ਼ ਤੰਦਰੁਸਤ ਹੋ ਰਹੇ ਆ। ਉਹਨਾਂ ਲੋਕਾਂ ਦੀ ਹੀ ਮੌਤ ਹੋਣ ਦੀ ਹੁਣ ਤੱਕ ਖਬਰ ਪ੍ਰਾਪਤ ਹੋਈ ਆ ਵੱਡੀ ਗਿਣਤੀ ਦੇ ਵਿੱਚ, ਜਿਹੜੇ ਲੋਕ ਹੋਰ ਵੀ ਵੱਖ-ਵੱਖ ਸਮੱਸਿਆਵਾਂ ਦੇ ਨਾਲ ਗ੍ਰਸਤ ਹੈ। ਯਾਨੀ ਕਿ ਕੋਈ ਸ਼ੂਗਰ ਦੀ ਸਮੱਸਿਆ ਕਰਕੇ ਆ, ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ, ਕਿਸੇ ਨੂੰ ਦਿਲ ਦਾ ਕੋਈ ਰੋਗ ਆ, ਜਿਹੜਾ ਕਿ ਬੰਦਾ ਪਹਿਲਾਂ ਰੋਗਾਂ ਦੇ ਨਾਲ ਝੰਬਿਆ ਹੋਇਆ, ਜਦੋਂ ਉਹ ਕਰੋਨਾ ਪੀੜਤ ਹੋ ਜਾਂਦਾ ਤਾਂ ਉਹਦੀ ਮੌਤ ਹੁੰਦੀ ਹੈ। ਪਰ ਇਹ ਸਾਰੀਆਂ ਜਿਹੜੀਆਂ ਮੌਤਾਂ ਉਹ ਕਰੋਨਾ ਦੇ ਖਾਤੇ ਦੇ ਵਿੱਚ ਪੈ ਰਹੀਆਂ ਕਿ ਕਰੋਨਾ ਕਰਕੇ ਇੰਨੇ ਲੋਕਾਂ ਦੀ ਮੌਤ ਹੋ ਗਈ ਹੈ। ਸੋ ਇਸ ਵਕਤ ਪੰਜਾਬ ਦੇ ਲੋਕਾਂ ਨੂੰ ਵੀ ਸੰਭਲਣ ਦੀ ਲੋੜ ਹੈ ਤੇ ਸਰਕਾਰਾਂ ਨੂੰ ਵੀ ਇਸ ਵਕਤ ਹਦਾਇਤਾਂ ਦੇ ਨਾਲ ਪ੍ਰਬੰਧ ਸੁਖਾਵੇਂ ਤੇ ਸੁਚੱਜੇ ਕਰਨ ਦੀ ਜ਼ਰੂਰਤ ਹੈ। ਕਿਉਂਕਿ ਕੋਈ ਵੀ ਬੰਦਾ ਇਸ ਵਕਤ ਹਸਪਤਾਲ ਦੇ ਵਿੱਚ ਜਾਣ ਤੋਂ ਡਰਦਾ ਹੈ, ਸ਼ਹਿਰ ਦੇ ਵੱਲ ਜਾਣ ਤੋਂ ਡਰਦਾ ਹੈ। ਖਾਸ ਕਰਕੇ ਹਸਪਤਾਲ ਜਦੋਂ ਸਰਕਾਰੀ ਹੋਵੇ ਤਾਂ ਬੰਦੇ ਦੇ ਮਨ ਦੇ ਵਿੱਚ 100 ਕਿਸਮ ਦੇ ਸਵਾਲ ਪੈਦਾ ਹੁੰਦੇ ਆ ਵੀ ਪਤਾ ਨਹੀਂ ਉੱਥੇ ਗੁਸਲਖਾਨਾ ਕਿਹੋ ਜਿਹਾ ਹੋਊਗਾ, ਜੇ ਬੈੱਡ ਹੋਇਆ ਤਾਂ ਪਤਾ ਨਹੀਂ ਚਾਦਰ ਕਿਹੋ ਜਿਹੀ ਹੋਊਗੀ, ਪਤਾ ਨਹੀਂ ਅੰਦਰੋਂ ਮੁਸ਼ਕਾਟ ਨਾ ਆਉਂਦਾ ਹੋਵੇ, ਜੇਕਰ ਉੱਥੇ ਬੈੱਡ ਹੋਇਆ ਪਤਾ ਨਹੀਂ ਡਾਕਟਰ ਮਿਲਣਾ ਕਿ ਨਹੀਂ, ਡਾਕਟਰ ਮਿਲ ਗਿਆ ਤਾਂ ਨਰਸ ਮਿਲਣੀ ਕਿ ਨਹੀਂ, ਨਰਸ ਮਿਲ ਗਈ ਤਾਂ ਦਵਾਈ ਮਿਲਣੀ ਹੈ ਕਿ ਨਹੀਂ। ਸੋ ਇਹੋ ਜਿਹੇ ਹਰ ਬੰਦੇ ਦੇ ਮਨ ਦੇ ਵਿੱਚ ਤੌਖਲੇ ਆ ਜਿਹੜਾ ਕਿ ਪੀੜਤ ਹੋ ਜਾਂਦਾ ਜਾਂ ਜਿਹੜੇ ਪੀੜਤ ਪਰਿਵਾਰਕ ਮੈਂਬਰ ਹੈਗੇ ਆ। ਸੋ ਮਜਬੂਰੀ ਦੇ ਵਿੱਚ ਲੋਕ ਨਾ ਜਾਣ ਤੇ ਸਰਕਾਰ ਇਹੋ ਜਿਹੇ ਪ੍ਰਬੰਧ ਕਰੇ ਕਿ ਸਰਕਾਰੀ ਹਸਪਤਾਲਾਂ ਦੇ ਵੱਲ ਲੋਕ ਆ ਜਿਹੜੇ ਉਹ ਸੰਤੁਸ਼ਟੀ ਤੇ ਤਸੱਲੀ ਵਾਲੇ ਤਰੀਕੇ ਦੇ ਨਾਲ ਜਾਣ ਕਿ ਇੱਥੇ ਬੰਦੇ ਨੇ ਠੀਕ ਹੋ ਜਾਣਾ, ਇੱਥੇ ਤੰਦਰੁਸਤ ਹੋ ਜਾਣਾ। ਬੰਦਾ ਮਜਬੂਰੀ ਦੇ ਵਿੱਚ ਨਿੱਜੀ ਸਕੂਲਾਂ ਦੇ ਵੱਲ ਤੇ ਨਿੱਜੀ ਹਸਪਤਾਲਾਂ ਦੇ ਵੱਲ ਜਾਂਦਾ। ਜੇਕਰ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲ ਵਧੀਆ ਹੋਣ, ਚੰਗੇ ਹੋਣ ਤੇ ਲੋਕਾਂ ਦੇ ਮਸਲੇ ਹੱਲ ਕਰਨ ਵਾਲੇ ਹੋਣ ਤਾਂ ਕਿਸੇ ਦਾ ਜੀਅ ਨਹੀਂ ਕਰਦਾ ਕਿ ਉਹ ਆਪਣੀਆਂ ਜੇਬਾਂ ਕਟਵਾਵੇ, ਕਿਸੇ ਦਾ ਜੀਅ ਨਹੀਂ ਕਰਦਾ ਕਿ ਆਪਣੀ ਕਿਰਤ ਕਮਾਈ ਨੂੰ ਕੁਝ ਕੁ ਪਲਾਂ ਦੇ ਵਿੱਚ ਹਸਪਤਾਲ 'ਚ ਉਜਾੜ ਦੇਵੇ ਤੇ ਜਾਂ ਫਿਰ ਉਹਦੀ ਕਿਰਤ ਕਮਾਈ ਆ ਜਿਹੜੀ ਉਹ ਨਿੱਜੀ ਸਕੂਲਾਂ ਵਾਲੇ ਆਪਣੇ ਜੇਬ ਦੇ ਵਿੱਚ ਪਾ ਲੈਣ, ਸੰਬੰਧਿਤ ਮਾਪਿਆਂ ਦੀ ਜੇਬ ਦੇ ਵਿੱਚੋਂ ਕੱਢ ਕੇ। ਸੋ ਪੰਜਾਬ ਦੀ ਸਰਕਾਰ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਸਭ ਕੁਝ ਸੁਚੱਜਾ ਕੀਤਾ ਗਿਆ, ਪਰ ਉਹਦਾ ਹਾਲਾਤ ਇਹ ਹੈ ਕਿ ਇਸ ਵਕਤ ਜੇਕਰ ਹੋਰ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਜੇ ਮੰਨ ਲਓ ਤਾਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਹੁਣ ਬੈੱਡ ਨਹੀਂ ਆ ਜਾਂ ਬੈੱਡਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਪਿਛਲੇ ਦਿਨੀ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਲੁਧਿਆਣੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਬੈੱਡ ਦੇ ਉੱਤੇ 2-2 ਮਰੀਜ਼ ਪਏ ਆ। ਇਹੋ ਜਿਹੀਆਂ ਵੀ ਖਬਰਾਂ ਆ ਰਹੀਆਂ ਕਿ ਲਾਸ਼ਾਂ ਦੀ ਅਦਲਾ ਬਦਲੀ ਕਰ ਦਿੱਤੀ ਜਾਂਦੀ ਹੈ। ਇਹੋ ਜਿਹੀਆਂ ਵੀ ਖਬਰਾਂ ਆਉਂਦੀਆਂ ਕਿ ਇਸ ਲੈਬੋਰਟਰੀ ਦੇ ਵੱਲੋਂ ਕਿਹਾ ਗਿਆ ਕਰੋਨਾ ਤੁਹਾਡਾ ਨੈਗੇਟਿਵ ਆ, ਦੂਜੀ ਲੈਬੋਰਟਰੀ ਕਹਿੰਦੀ ਤੁਹਾਡਾ ਕਰੋਨਾ ਪੋਜ਼ੀਟਿਵ ਆ। ਬੰਦਾ ਜਾਵੇ ਤਾਂ ਜਾਵੇ ਕਿੱਥੇ। ਭੰਬਲ ਭੂਸਾ ਇਹੋ ਜਿਹਾ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਇਆ ਵੀ ਲੋਕ ਕਰੋਨਾ ਦੇ ਉੱਤੇ ਯਕੀਨ ਕਰਨੋਂ ਹਟ ਗਏ ਆ, ਲੋਕ ਡਾਕਟਰਾਂ ਦੇ ਉੱਤੇ ਯਕੀਨ ਕਰਨੋਂ ਹਟ ਰਹੇ ਆ। ਪਰ ਅੱਜ ਪੰਜਾਬ ਦੀ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਨੇ ਲੋਕਾਂ ਦੇ ਮਨਾਂ ਵਿੱਚ ਇੱਕ ਵਾਰ ਸਹਿਮ ਆ ਜਿਹੜਾ ਉਹ ਫੇਰ ਵਧਾ ਦਿੱਤਾ ਹੈ। ਪਹਿਲਾਂ ਉਹਨਾਂ ਹਦਾਇਤਾਂ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਉਹ ਕਿਹੜੀਆਂ-ਕਿਹੜੀਆਂ, ਕੀ ਕੁਝ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੇ ਬਾਰੇ ਇੱਕ ਸਰਵੇਖਣ ਕੀਤਾ ਗਿਆ ਜਿਹਦੇ ਵਿੱਚ ਖੁਲਾਸਾ ਹੋਇਆ ਕਿ 27.7 ਲੋਕ ਕਰੋਨਾ ਤੋਂ ਠੀਕ ਹੋ ਗਏ ਨੇ। ਸਰਵੇਖਣ ਦੇ ਵਿੱਚ ਦੇਖਿਆ ਗਿਆ ਕਿ ਇਹਨਾਂ ਲੋਕਾਂ ਦੇ ਸਰੀਰ ਦੇ ਵਿੱਚ ਉਹ ਐਂਟੀਬੋਡੀ ਨੇ ਕਰੋਨਾ ਦੀ ਲਾਗ ਲੱਗਣ ਤੋਂ ਬਾਅਦ ਜਿਹੜੀ ਬਣਦੀ ਹੈ। ਇਸ ਹਿਸਾਬ ਦੇ ਨਾਲ ਜੇਕਰ ਅੱਜ ਪੰਜਾਬ ਦੀ ਜਨਸੰਖਿਆ 3 ਕਰੋੜ ਹੈ ਤਾਂ ਇਸ ਦਾ 27% ਤਕਰੀਬਨ 81 ਲੱਖ ਤੋਂ ਉੱਪਰ ਹੋਵੇਗਾ। ਜਿਨ੍ਹਾਂ 5 ਥਾਵਾਂ ਦੇ ਉੱਤੇ ਸਰਵੇਖਣ ਕੀਤਾ ਗਿਆ ਉਹਨਾਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਮੋਹਾਲੀ, ਪਟਿਆਲਾ ਤੇ ਜਲੰਧਰ ਸ਼ਾਮਲ ਨੇ। ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ
40%, ਲੁਧਿਆਣਾ ਦੇ ਵਿੱਚ 35.6%, ਮੋਹਾਲੀ ਵਿੱਚ 33.2%, ਪਟਿਆਲਾ ਵਿੱਚ 19.2% ਤੇ ਜਲੰਧਰ ਦੇ ਵਿੱਚ 10.8% ਲੋਕ ਸ਼ਾਮਲ ਨੇ। ਸੈੱਲਾਂ ਨੂੰ ਕਿਰਿਆਸ਼ੀਲ ਪਾਇਆ ਗਿਆ, ਜਿਹਦੇ ਵਿੱਚ ਜਾਂਚ 'ਚ ਪਤਾ ਲੱਗਾ ਕਿ ਉਹਨਾਂ ਨੂੰ ਕਰੋਨਾ ਸੀ ਤੇ ਉਹ ਠੀਕ ਵੀ ਹੋ ਗਏ। ਸਾਰੇ 5 ਖੇਤਰਾਂ ਦੇ ਵਿੱਚ ਨਮੂਨੇ ਉਹਨਾਂ ਥਾਵਾਂ ਦੇ ਉੱਤੇ ਲਏ ਗਏ ਜਿੱਥੇ ਸਭ ਤੋਂ ਵੱਧ ਕਰੋਨਾ ਸਕਾਰਾਤਮਕ ਮਾਮਲੇ ਪਾਏ ਗਏ ਨੇ ਤੇ ਹਰ ਜਗ੍ਹਾ ਤੋਂ 250 ਵਿਅਕਤੀ ਲਏ ਗਏ, ਜਿਸ ਤੋਂ ਬਾਅਦ ਇਹ ਅੰਕੜੇ ਸਾਹਮਣੇ ਆਏ ਨੇ। ਇਹ ਰਿਪੋਰਟ ਉਸ ਵਕਤ ਸਾਹਮਣੇ ਆਈ ਹੈ ਜਦੋਂ ਦਿੱਲੀ ਨੇ ਇੱਕ ਹੋਰ ਅਜਿਹੀ ਰਿਪੋਰਟ ਜਾਰੀ ਕੀਤੀ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਦੇ 29% ਲੋਕਾਂ ਨੇ ਕਰੋਨਾ ਦੇ ਐਂਟੀਬਾਡੀ ਸੈੱਲਾਂ ਨੂੰ ਕਿਰਿਆਸ਼ੀਲ ਪਾਇਆ, ਜੋ ਕਿ ਪੰਜਾਬ ਦੇ ਵਿੱਚ 27.7% ਨੇ। ਇਹ ਸਰਵੇਖਣ 17 ਦਿਨ ਦੇ ਵਿੱਚ ਕੀਤਾ ਗਿਆ, ਜਿਸ ਵਿੱਚ ਕੁੱਲ 1250 ਨਮੂਨੇ ਲਾਏ ਗਏ ਤੇ ਹਰੇਕ ਪਰਿਵਾਰ ਵਿੱਚੋਂ 18 ਸਾਲ ਤੋਂ ਵੱਧ ਉਮਰ ਦੇ ਮੈਂਬਰਾਂ ਦੀ ਚੋਣ ਕੀਤੀ ਗਈ, ਜਿਸ ਦਾ ਸਰਵੇਖਣ 1 ਅਗਸਤ ਤੋਂ 17 ਅਗਸਤ ਤੱਕ ਕੀਤਾ ਗਿਆ। ਇਹ ਸਾਰੇ ਸਰਵੇਖਣ ਐਂਟੀਬਾਡੀ ਟੈਸਟਿੰਗ ਕਿੱਟ ਦੇ ਨਾਲ ਕੀਤੇ ਗਏ ਨੇ। ਵੇਰਵੇ ਦਿੰਦੇ ਹੋਏ ਰਾਜ ਦੇ ਸਿਹਤ ਸਲਾਹਕਾਰ ਮਾਹਰ ਡਾਕਟਰ ਕੇ ਤਲਵਾੜ ਨੇ ਕਿਹਾ ਕਿ ਸਿਖਲਾਈ ਪ੍ਰਾਪਤ ਫੀਲਡ ਸਹਾਇਕ ਤੇ ਪ੍ਰਯੋਗਸ਼ਾਲਾ ਟੈਕਨੀਸ਼ੀਅਨ ਦੀ ਟੀਮ ਨੇ ਇੱਕ ਮੈਡੀਕਲ ਅਧਿਕਾਰੀ ਦੀ ਨਿਗਰਾਨੀ ਹੇਠ ਇਹ ਡਾਟਾ ਇਕੱਤਰ ਕੀਤਾ ਹੈ, ਜਿਹਦੇ ਵਿੱਚ ਆਸ਼ਾ ANM ਨੇ ਜ਼ੋਨ ਵਿਚਲੇ ਘਰਾਂ ਦੀ ਪਛਾਣ ਕਰਕੇ ਸਰਵੇਖਣ ਦੇ ਵਿੱਚ ਸਹਾਇਤਾ ਕੀਤੀ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਹੁਣ ਹਰ ਰੋਜ਼ ਪੰਜਾਬ ਦੇ ਵਿੱਚ 31 ਅਗਸਤ ਤੱਕ ਸ਼ਾਮੀ 7 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਕਰਫਿਊ ਲੱਗਾ ਰਹੇਗਾ, ਯਾਨੀ ਕਿ ਸੜਕਾਂ ਦੇ ਉੱਤੇ ਕੁਝ ਵੀ ਦਿਖਾਈ ਨਹੀਂ ਦੇਵੇਗਾ। ਸਰਕਾਰੀ ਸਖਤੀ ਵਧਾ ਦਿੱਤੀ ਗਈ ਹੈ ਤੇ DGP ਨੂੰ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੀ ਪੁਲਿਸ ਨੂੰ ਸਖਤੀ ਦੇ ਨਾਲ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਵਾਸਤੇ ਯਕੀਨੀ ਬਣਾਇਆ ਜਾਵੇ। ਇਹ ਵੀ ਪਤਾ ਲੱਗਾ ਹੈ ਕਿ ਬੱਸ ਦੇ ਵਿੱਚ 50% ਦੀ ਸਵਾਰੀਆਂ ਹੀ ਹੁਣ ਸਫ਼ਰ ਕਰ ਸਕਣਗੀਆਂ ਤੇ ਆਪਣੀ ਨਿੱਜੀ ਗੱਡੀ ਦੇ ਵਿੱਚ 3 ਤੋਂ ਵੱਧ ਲੋਕ ਸਫ਼ਰ ਨਹੀਂ ਕਰ ਸਕਣਗੇ। ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਵਿੱਚ ਵੀਕਐਂਡ ਯਾਨੀ ਕਿ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਤੌਰ ਦੇ ਉੱਤੇ ਲੋਕਡਾਊਨ ਰਹੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਹੜੀ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕਹੀ ਹੈ, ਭਾਰਤ ਦੇ ਵਿੱਚ ਹਦਾਇਤਾਂ ਤੇ ਭਾਰਤ ਦੇ ਵਿੱਚ ਉਲਾਂਭੇ ਦੋ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦੇ ਕਰਕੇ ਨੁਕਸਾਨ ਦੇ ਵਿੱਚ ਵਾਧਾ ਹੋ ਰਿਹਾ। ਆਮ ਲੋਕਾਂ ਦੇ ਮਨਾਂ ਦੇ ਵਿੱਚ ਸਿਰਫ ਤੇ ਸਿਰਫ ਉਲਾਂਭੇ ਹੀ ਹੈ। ਉਲਾਂਭਾ ਕਿਸੇ ਨੂੰ ਵੀ ਦੇ ਲਵੋ, ਸਰਕਾਰ ਨੂੰ ਦੇ ਲਓ, ਪ੍ਰਬੰਧਕਾਂ ਨੂੰ ਦੇ ਲਓ, ਖੁਦ ਨੂੰ ਦੇ ਲਓ, ਗੁਆਂਢੀਆਂ ਨੂੰ ਦੇ ਲਓ, ਕਿਸੇ ਨੂੰ ਵੀ ਦੇ ਲਓ ਤੇ ਸਰਕਾਰ ਦੇ ਕੋਲੇ ਇਕੱਲੀਆਂ ਹਦਾਇਤਾਂ ਹੀ ਆ, ਹੁਣ ਤੁਸੀਂ ਆਹ ਕਰਨਾ, ਹੁਣ ਤੁਸੀਂ ਆਹ ਨਹੀਂ ਕਰਨਾ, ਹੁਣ ਤੁਸੀਂ ਆਹ ਕਰ ਲਵੋ। ਪੰਜਾਬ ਦੇ ਵਿੱਚ ਲੋਕਡਾਊਨ ਪਹਿਲਾਂ ਵੀ ਰਿਹਾ, ਸਮੁੱਚੇ ਭਾਰਤ ਦੇ ਵਿੱਚ ਲੋਕਡਾਊਨ ਲੱਗਾ ਰਿਹਾ, ਪਰ ਉਸ ਲੋਕਡਾਊਨ ਦੇ ਵਿੱਚ ਅਸੀਂ ਕੋਈ ਇਹੋ ਜਿਹਾ ਤਸੱਲੀ ਬਖਸ਼ ਪ੍ਰਬੰਧ ਨਹੀਂ ਕਰ ਸਕੇ ਕਿ ਅੱਜ ਸਾਡੀ ਜਾਨ ਸੌਖੀ ਹੁੰਦੀ। ਸਗੋਂ ਲੋਕਡਾਊਨ ਦੇ ਕਰਕੇ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਕੇਸਾਂ ਦੀ ਗਿਣਤੀ 'ਚ ਵਾਧਾ ਹੋਇਆ। ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਲੋਕਡਾਊਨ ਹੋਇਆ। ਲੋਕਡਾਊਨ ਦੇ ਚੰਗੇ ਨਤੀਜੇ ਸਾਹਮਣੇ ਆਏ। ਜਿਹੜੇ ਕੇਸ ਸੀ ਉਹਨਾਂ ਦੀ ਗਿਣਤੀ ਘਟ ਗਈ, ਕਈ ਥਾਵਾਂ ਦੇ ਉੱਤੇ ਬੇਹੱਦ ਘਟੀ, ਕਈ ਥਾਵਾਂ ਦੇ ਉੱਤੇ ਕੇਸ ਬਿਲਕੁਲ ਖਤਮ ਹੋ ਗਏ ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਪੜਾਅ ਦਰ ਪੜਾਅ ਜਿਹੜਾ ਉਹ ਲੋਕਡਾਊਨ ਖਤਮ ਕੀਤਾ। ਪਰ ਭਾਰਤ ਦੇ ਵਿੱਚ ਲੋਕਡਾਊਨ ਕੀਤਾ, ਲੋਕਡਾਊਨ ਅੱਧ-ਪਚੱਧਾ ਹਟਾਇਆ, ਕਰੋਨਾ ਦੇ ਕੇਸ ਵਧੀ ਗਏ, ਅੱਜ ਵੀ ਵੱਧ ਰਹੇ ਆ। ਇੱਕ ਵਾਰ ਫਿਰ ਕਈ ਥਾਵਾਂ ਦੇ ਉੱਤੇ ਲੋਕਡਾਊਨ ਕੀਤਾ ਜਾ ਰਿਹਾ ਤੇ ਅੱਜ ਪੰਜਾਬ ਦੀ ਸਰਕਾਰ ਦੇ ਵੱਲੋਂ ਫਿਰ ਇਹ ਗੱਲ ਕਹੀ ਗਈ ਹੈ ਕਿ ਮਜਬੂਰੀ ਇਸ ਕਦਰ ਬਣ ਚੁੱਕੀ ਆ, ਹਾਲਾਤ ਇਸ ਕਦਰ ਵਿਗੜ ਰਹੇ ਆ ਕਿ 31 ਅਗਸਤ ਤੱਕ ਸਖਤੀਆਂ ਬੇਹੱਦ ਵਧਾਈਆਂ ਜਾ ਰਹੀਆਂ। ਹੁਣ ਜੇਕਰ ਤੁਸੀਂ ਸ਼ਨੀਵਾਰ ਜਾਂ ਐਤਵਾਰ ਨੂੰ ਇੱਕ ਤੋਂ ਦੂਜੀ ਥਾਂ ਤੱਕ ਜਾਣਾ, ਕਿਉਂਕਿ ਉਦੋਂ ਲੋਕਡਾਊਨ ਮੁਕੰਮਲ ਤੌਰ ਦੇ ਉੱਤੇ ਹੋਣਾ, ਜਿਵੇਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲੋਂ ਪਾਸ ਬਣਵਾਉਣਾ ਪੈਂਦਾ ਸੀ, ਸ਼ਾਇਦ ਹੁਣ ਉਵੇਂ ਬਣਵਾਉਣਾ ਪੈਣਾ। ਦੂਜੀ ਗੱਲ ਇਹ ਹੈ ਕਿ ਰਾਤ ਦੇ ਵੇਲੇ ਜੇਕਰ ਤੁਸੀਂ ਸਫ਼ਰ ਕਰਨ ਦੇ ਚਾਹਵਾਨ ਸੀ ਤਾਂ ਹੁਣ ਨਹੀਂ ਉਹ ਕਰ ਸਕੋਗੇ, ਕਿਉਂਕਿ ਸ਼ਾਮੀ 7 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਪੰਜਾਬ ਦੇ ਵਿੱਚ ਕਰਫਿਊ ਲੱਗਾ ਰਹਿਣਾ। ਤੀਜੀ ਗੱਲ ਇਹ ਹੈ ਕਿ 8:30 ਵਜੇ ਤੋਂ ਬਾਅਦ ਕੋਈ ਵੀ ਦੁਕਾਨ ਤੁਹਾਨੂੰ ਪੰਜਾਬ ਦੇ ਵਿੱਚ ਖੁੱਲ੍ਹੀ ਦਿਖਾਈ ਨਹੀਂ ਦੇਊਗੀ, ਖਾਸ ਕਰਕੇ ਸ਼ਹਿਰੀ ਖੇਤਰ ਦੇ ਵਿੱਚ। ਪਿੰਡਾਂ ਦੇ ਵਿੱਚ ਪਰਦੇ ਨਾਲ ਬਹੁਤ ਕੁਝ ਚੱਲ ਸਕਦਾ ਹੈ, ਪਰ ਪੰਜਾਬ ਦੇ ਸ਼ਹਿਰੀ ਖੇਤਰਾਂ ਦੀ ਇਹ ਗੱਲ ਹੈ। ਸੋ ਬੱਸਾਂ ਦੇ ਵਿੱਚ ਹੁਣ ਤੱਕ ਇਹ ਖਬਰਾਂ ਸੀ ਕਿ 52 ਦੀਆਂ 52 ਸੀਟਾਂ ਦੇ ਉੱਤੇ ਲੋਕ ਸਫ਼ਰ ਕਰ ਸਕਦੇ ਆ, ਪਰ ਹੁਣ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਵਾਸਤੇ ਕਹੀ ਗਈ ਹੈ ਗੱਲ, ਯਾਨੀ ਕਿ ਜੇਕਰ 52 ਸੀਟਾਂ ਨੇ ਤਾਂ ਤੁਸੀਂ ਉਹਨਾਂ ਦੇ ਵਿੱਚੋਂ 25 ਜਾਂ 26 ਸੀਟਾਂ ਦੇ ਉੱਤੇ ਬੈਠ ਸਕਦੇ ਹੋ, ਅੱਧੀਆਂ ਸੀਟਾਂ ਤੁਹਾਨੂੰ ਖਾਲੀ ਰੱਖਣੀਆਂ ਪੈਣਗੀਆਂ। ਜੇਕਰ ਤੁਸੀਂ ਆਪਣੀ ਕਾਰ ਦੇ ਵਿੱਚ ਸਫ਼ਰ ਕਰਦੇ ਹੋ, ਭਾਵੇਂ 5 ਸੀਟਰ ਗੱਡੀ ਹੋਵੇ ਤੇ ਭਾਵੇਂ 7 ਸੀਟਰ ਹੋਵੇ, ਵੱਧ ਤੋਂ ਵੱਧ 3 ਬੰਦੇ 3 ਮੈਂਬਰ ਆ ਜਿਹੜੇ ਉਹ ਡਰਾਈਵਰ ਸਮੇਤ ਬੈਠ ਸਕਦੇ ਆ। ਇਸ ਤੋਂ ਬਾਅਦ ਜੇਕਰ ਬੈਠੋਗੇ ਤਾਂ ਪੁਲਿਸ ਤੁਹਾਨੂੰ ਝਾੜ ਪਾ ਸਕਦੀ ਆ, ਹੋ ਸਕਦਾ ਤੁਹਾਨੂੰ ਜੁਰਮਾਨਾ ਵੀ ਮੋਟਾ ਕੀਤਾ ਜਾਵੇ। ਇਹੋ ਜਿਹੀਆਂ ਖਬਰਾਂ ਪ੍ਰਾਪਤ ਹੋ ਰਹੀਆਂ। ਇਹਨਾਂ ਗੱਲਾਂ ਨੂੰ, ਇਹਨਾਂ ਨਿਯਮਾਂ ਨੂੰ ਵੀ ਲੋਕ ਮੰਨਣ ਵਾਸਤੇ ਤਿਆਰ ਆ, ਬਸ਼ਰਤੇ ਪੰਜਾਬ ਦੇ ਵਿੱਚੋਂ ਕਰੋਨਾ ਖਤਮ ਹੋ ਜੇ, ਕਿਉਂਕਿ ਇਸ ਵਕਤ ਲੋਕਾਂ ਦੇ ਮਨਾਂ ਦੇ ਉੱਤੇ ਬੇਹੱਦ ਸਹਿਮ ਪਸਰ ਰਿਹਾ। ਤੇ ਵੱਡੀ ਗੱਲ ਇਹ ਆ ਕਿ ਪੰਜਾਬ ਦੀ ਆਰਥਿਕਤਾ ਬੇਹੱਦ ਪ੍ਰਭਾਵਿਤ ਹੋਈ ਹੈ। ਪੰਜਾਬ ਦੇ ਵਿੱਤ ਵਿਭਾਗ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੀਆਂ ਵੀ ਜਥੇਬੰਦੀਆਂ, ਜਿਹੜੇ ਵੀ ਮੁਲਾਜ਼ਮ ਲੋਕ ਆ ਜਿਹੜੇ ਇਸ ਵਕਤ ਸੰਘਰਸ਼ ਦੇ ਰਾਹ ਦੇ ਉੱਤੇ ਹੜਤਾਲਾਂ ਕਰ
ਕਰ ਰਹੇ ਆ ਉਹਨਾਂ ਨੂੰ ਬੇਨਤੀ ਆ ਕਿ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਐਤਕੀ ਵਿੱਤੀ ਵਰ੍ਹੇ ਦੇ ਵਿੱਚ 30% ਤੋਂ ਵੱਧ ਦਾ ਘਾਟਾ ਪੈਣ ਦੀ ਆਸ ਹੈ। ਉਹਨਾਂ ਨੇ ਕਿਹਾ ਜੀ ਕਿ ਫਲਾਣੇ ਸੂਬਿਆਂ ਦੇ ਵਿੱਚ 50% ਤਨਖਾਹਾਂ ਕਰਤੀਆਂ, ਅਸੀਂ ਪੂਰੀ ਸੂਰੀ ਦਿੰਦੇ ਆ, ਇਸ ਕਰਕੇ ਸਾਡਾ ਸਾਥ ਦਿਓ। ਬੇਨਤੀ ਇਹ ਆ ਵੀ ਲੋਕ ਤਾਂ ਸਾਥ ਦੇਣ ਨੂੰ ਤਿਆਰ ਆ, ਪਰ ਸਰਕਾਰਾਂ ਆਪਣੇ ਤੋਂ ਨਿਯਮਾਂ ਦੀ ਸ਼ੁਰੂਆਤ ਕਰਿਆ ਕਰਨ। ਕਟੌਤੀ ਖੁਦ ਦੇ ਵਿਭਾਗਾਂ ਦੇ ਅਧਿਕਾਰੀਆਂ ਤੋਂ ਤੇ ਆਪਣੇ ਤੋਂ ਤੇ ਵਿਧਾਇਕਾਂ ਤੋਂ ਸ਼ੁਰੂਆਤ ਕਰਿਆ ਕਰਨ। ਲੋਕਾਂ ਦਾ ਇਹ ਕਹਿਣਾ, ਖਾਸ ਕਰਕੇ ਮੁਲਾਜ਼ਮ ਵਰਗ ਦਾ, ਵੀ ਸਾਡੇ ਤਾਂ ਮੋਬਾਈਲ ਭੱਤੇ 500 ਤੋਂ ਘਟਾ ਕੇ 250 ਕਰਤੇ, ਕਹਿੰਦੇ ਵੀ ਖਜ਼ਾਨਾ ਖਾਲੀ ਆ, ਮਜਬੂਰੀ ਆ, ਤਾਂ ਕਰਕੇ ਫੈਸਲਾ ਲੈਣਾ। ਪਰ ਜਿਹੜੇ ਮੰਤਰੀ ਤੇ ਵਿਧਾਇਕ ਆ ਉਹਨਾਂ ਨੂੰ 15,000 ਰੁਪਈਆ ਮੋਬਾਈਲ ਭੱਤਾ ਮਿਲਦਾ, ਉਹਨਾਂ ਦਾ ਵੀ 250 ਕਰੋ, ਅਸੀਂ ਤਾਂ ਮੰਨਾਂਗੇ ਵੀ ਖਜ਼ਾਨਾ ਖਾਲੀ ਆ। ਉਧਰੋਂ ਸ਼ੁਰੂਆਤ ਕਰੋ ਤੇ ਸਾਡੇ ਵੀ ਭੱਤੇ ਬੇਸ਼ੱਕ ਜਿੰਨੇ ਮਰਜ਼ੀ ਘਟਾ ਦਿਓ, ਪਰ ਇਦਾਂ ਹੁੰਦਾ ਨਹੀਂ, ਜਿਹਦੇ ਕਰਕੇ ਲੋਕਾਂ ਦੇ ਮਨਾਂ ਵਿੱਚ ਰੋਸ ਦੀ ਲਹਿਰ ਪ੍ਰਚੰਡ ਹੋ ਰਹੀ ਹੈ। ਮਾਵਾਂ ਦਾ, ਆਪਣੇ ਪਿਤਾ ਜੀ ਦਾ ਸਭ ਨੂੰ ਸਤਿਕਾਰ ਕਰਨਾ ਚਾਹੀਦਾ। ਦੁੱਖ ਹੁੰਦਾ ਉਸ ਵਕਤ ਜਦੋਂ ਪੰਜਾਬ ਦੇ ਵਿੱਚ ਥਾਂ ਦੇ ਉੱਤੇ ਬਿਰਧ ਆਸ਼ਰਮ ਖੁੱਲ੍ਹਦੇ ਆ, ਪਰ ਜਿਹੜੇ ਲੋਕ ਬਿਰਧ ਆਸ਼ਰਮ ਖੋਲ੍ਹਦੇ ਆ ਉਹਨਾਂ ਨੂੰ ਵੀ ਇਸ ਗੱਲ ਦਾ ਇਲਮ ਹੈ ਕਿ ਪੰਜਾਬ ਦੇ ਵਿੱਚ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਵੈਸੇ ਤਾਂ ਦੁਨੀਆ ਭਰ ਦੇ ਵਿੱਚ ਰਿਸ਼ਤੇ ਜਿਹੜੇ ਉਹ ਤੜਕ ਹੁੰਦੇ ਜਾ ਰਹੇ ਆ, ਪਰ ਪੰਜਾਬੀ ਅਸੀਂ ਜਿਹੜੇ ਕਿ ਇਹ ਗੱਲ ਕਹਿੰਦੇ ਆ ਕਿ ਅਤੀਤ ਨੂੰ ਸੰਭਾਲ ਕੇ ਚੱਲਣਾ। ਜਦੋਂ ਅਸੀਂ ਆਪਣੇ ਮਾਪਿਆਂ ਨੂੰ, ਆਪਣੇ ਖੂਨ ਦੇ ਰਿਸ਼ਤਿਆਂ ਨੂੰ ਸੰਭਾਲ ਕੇ ਨਹੀਂ ਰੱਖਦੇ ਤਾਂ ਉਦੋਂ ਫਿਰ ਗੱਲ ਮਨ ਦੇ ਵਿੱਚ ਜ਼ਰੂਰ ਆਉਂਦੀ ਹੈ ਵੀ ਕਿਹੜੇ ਅਤੀਤ ਨੂੰ ਅਸੀਂ ਸਾਂਭਣਾ। ਅਸੀਂ ਤਾਂ ਜਿਹੜਾ ਸਾਡੇ ਸਾਹਮਣੇ ਹੁੰਦਾ, ਜਿਹਦੀ ਕੁੱਖ ਦੇ ਵਿੱਚੋਂ ਅਸੀਂ ਨਿਕਲੇ ਆ, ਉਹਨੂੰ ਨਹੀਂ ਸੰਭਾਲ ਕੇ ਰਾਜੀ, ਤੇ ਅਸੀਂ ਹੋਰ ਕਿਹੜੀ ਚੀਜ਼ ਨੂੰ ਸੰਭਾਲਾਂਗੇ। ਹੁਣ ਜਿਹੜੀ ਤਾਜ਼ਾ ਜਾਣਕਾਰੀ ਹੈ ਜਿਹਦੇ ਉੱਤੇ ਚਰਚਾ ਬੜੇ ਵੱਡੇ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਤੇ ਕੁਝ ਕੁ TV ਚੈਨਲਾਂ ਦੇ ਉੱਤੇ ਹੋ ਰਹੀ ਹੈ, ਉਹ ਮੁਕਤਸਰ ਸਾਹਿਬ ਦੇ ਨਾਲ ਸੰਬੰਧਿਤ ਹੈ। ਇੱਥੋਂ ਦੀ ਇੱਕ ਕਲੋਨੀ ਦੀ ਇੱਕ ਬਜ਼ੁਰਗ ਮਾਤਾ ਜਿਨ੍ਹਾਂ ਦੀ ਉਮਰ ਲਗਭਗ 100 ਸਾਲ ਸੀ, ਉਹਨਾਂ ਦੀ ਮੌਤ ਹੋਈ ਆ। ਉਹਨਾਂ ਦਾ ਹਾਲ ਚਾਲ ਪੁੱਛਣ ਵਾਲਾ ਕੋਈ ਨਹੀਂ ਸੀ, ਲਵਾਰਸ ਹਾਲਤ ਦੇ ਵਿੱਚ ਸੁੱਟਿਆ ਹੋਇਆ ਸੀ, ਸਿਰ ਦੇ ਵਿੱਚ ਕੀੜੇ ਪੈ ਚੁੱਕੇ ਸੀ। ਉਸ ਤੋਂ ਬਾਅਦ ਸਮਾਜ ਸੇਵੀ ਜਥੇਬੰਦੀਆਂ ਹਸਪਤਾਲ ਦੇ ਵਿੱਚ ਲੈ ਕੇ ਗਈਆਂ, ਮਾਤਾ ਦੀ ਮੌਤ ਹੋ ਗਈ ਹੈ। ਉਸ ਤੋਂ ਬਾਅਦ ਇੱਕ ਨਵਾਂ ਸਵਾਲ ਤੇ ਇੱਕ ਨਵਾਂ ਵਿਵਾਦ ਪੈਦਾ ਹੋਇਆ। ਸਵਾਲ ਇਹ ਪੈਦਾ ਹੋਇਆ ਕਿ ਇਸ ਮਾਤਾ ਦੇ ਧੀਆਂ ਪੁੱਤ ਆ ਜਿਹੜੇ ਉਹ ਚੰਗੀ ਨੌਕਰੀ ਵਾਲੇ ਆ, ਚੰਗੇ ਪੈਸੇ ਵਾਲੇ ਆ, ਚੰਗੇ ਅਹੁਦਿਆਂ ਵਾਲੇ ਆ, ਪਰ ਇਹਨਾਂ ਦੇ ਵੱਲੋਂ ਆਪਣੀ ਮਾਂ ਦੀ ਸੰਭਾਲ ਕਿਹੜੀ ਗੱਲੋਂ ਨਹੀਂ ਕੀਤੀ ਗਈ। ਫਿਰ ਰਜਿੰਦਰ ਸਿੰਘ ਰਾਜਾ ਜਿਹੜੇ ਕਿ ਇਸ ਮਾਤਾ ਦੇ ਪੁੱਤਰ ਨੇ, ਉਹਨਾਂ ਦੇ ਉੱਤੇ ਕਈ ਕਿਸਮ ਦੇ ਸਵਾਲ ਖੜੇ ਹੋਏ ਕਿ ਉਹਨਾਂ ਨੇ ਸੰਭਾਲ ਕਿਉਂ ਨਹੀਂ ਕੀਤੀ। ਪਰ ਹੁਣ ਰਜਿੰਦਰ ਸਿੰਘ ਰਾਜਾ, ਜਿਨ੍ਹਾਂ ਨੂੰ ਕਿ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਇਸ ਵਿਵਾਦ ਦੇ ਕਰਕੇ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਇਹ ਗੱਲ ਕਹੀ ਹੈ ਜੀ ਕਿ ਇਹਨਾਂ ਦੇ ਨਾਲ ਕੋਈ ਤਾਲਮੇਲ ਨਾ ਰੱਖੇ। ਉਹਨਾਂ ਨੇ ਯਾਨੀ ਕਿ ਰਾਜਾ ਹੋਰਾਂ ਨੇ ਮੀਡੀਆ ਦੇ ਮੂਹਰੇ ਆ ਕੇ ਇੱਕ ਗੱਲ ਦੱਸੀ ਹੈ। ਇਹ ਗੱਲ ਹੁਣ ਤੱਕ ਮੀਡੀਆ ਦੇ ਵਿੱਚ ਖੁੱਲ੍ਹ ਕੇ ਸਾਹਮਣੇ ਨਹੀਂ ਸੀ ਆਈ। ਇਸ ਪੁੱਤ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ, ਮਾਤਾ ਪਿਤਾ ਦੇ ਨਾਲ ਬਿਲਕੁਲ ਮਿਲਦਾ ਵਰਤਦਾ ਨਹੀਂ। ਪਿਛਲੇ 30 ਸਾਲਾਂ ਤੋਂ ਮੈਂ ਆਪਣੇ ਪਰਿਵਾਰ ਤੋਂ ਦੂਰ ਹਾਂ, ਕਿਉਂਕਿ 1992 ਦੇ ਵਿੱਚ ਮੈਂ ਇੱਕ ਮੂਵਮੈਂਟ ਦੇ ਵਿੱਚ ਸ਼ਾਮਲ ਹੋਇਆ ਜਾਂ ਮੇਰੇ ਉੱਤੇ ਦੋਸ਼ ਲੱਗੇ, ਮੇਰੇ ਤੇ ਪਰਚਾ ਦਰਜ ਹੋਇਆ, ਮੈਨੂੰ ਜੇਲ੍ਹ ਜਾਣਾ ਪਿਆ ਤੇ ਟੱਬਰ ਨੇ ਮੈਨੂੰ ਘਰੋਂ ਕੱਢਤਾ। ਉਹਨਾਂ ਨੇ ਕਿਹਾ ਵੀ ਤੇਰੇ ਨਾਲ ਕੋਈ ਸਾਡਾ ਸੰਬੰਧ ਨਹੀਂ ਆ। ਉਹਦਾ ਇਹ ਕਹਿਣਾ ਜੀ ਕਿ ਉਹ ਵੇਲਾ ਜਾਵੇ ਤੇ ਅੱਜ ਦਾ ਵੇਲਾ ਆਵੇ। ਮੈਂ ਆਪਦੇ ਟੱਬਰ ਦੇ ਜੀਆਂ ਨਾਲ ਕਦੇ ਗੱਲ ਨਹੀਂ ਕੀਤੀ। ਮੈਂ ਕਿਹੋ ਜਿਹੇ ਹਾਲਾਤ ਦੇ ਵਿੱਚ ਆ ਉਹਨਾਂ ਨੇ ਨਹੀਂ ਪੁੱਛਿਆ, ਉਹ ਕਿਹੋ ਜਿਹੇ ਹਾਲਾਤ ਦੇ ਵਿੱਚ ਆ ਕਦੇ ਮੈਂ ਨਹੀਂ ਪੁੱਛਿਆ। ਰਜਿੰਦਰ ਸਿੰਘ ਰਾਜਾ ਦੇ ਕਹਿਣ ਦੇ ਮੁਤਾਬਕ ਮੇਰੀ ਜਿਹੜੀ ਮਾਤਾ, ਇਹ ਮੇਰੇ ਦੂਜੇ ਭਰਾ ਦੇ ਕੋਲੇ ਰਹਿੰਦੀ ਸੀ ਤੇ ਮੈਨੂੰ ਇਸ ਗੱਲ ਦਾ ਪੂਰਾ ਪਤਾ ਨਹੀਂ ਸੀ ਕਿ ਮੇਰੀ ਮਾਤਾ ਦੀ ਸਥਿਤੀ ਕੀ ਹੈ, ਕੀ ਉਹਨੂੰ ਰੋਟੀ ਮਿਲਦੀ ਹੈ ਕਿ ਨਹੀਂ, ਉਹਦੀ ਸਿਹਤ ਠੀਕ ਹੈ ਕਿ ਨਹੀਂ, ਉਹ ਬਿਮਾਰ ਆ ਜਾਂ ਨਹੀਂ, ਉਹਦਾ ਕੀ ਬਣ ਰਿਹਾ, ਮੈਨੂੰ ਕੁਝ ਵੀ ਪਤਾ ਨਹੀਂ ਸੀ। ਪਰ ਹੁਣ ਜਦੋਂ ਮਾਤਾ ਦੀ ਮੌਤ ਹੋ ਗਈ ਹੈ ਤਾਂ ਮੇਰੇ ਉੱਤੇ ਸਾਰੀ ਗੱਲ ਆ ਚੁੱਕੀ ਹੈ, ਜਦ ਕਿ ਉਹ ਮੇਰੇ ਭਰਾ ਦੇ ਕੋਲੇ ਰਹਿੰਦੀ ਸੀ। ਸਵਾਲ ਮੇਰੇ ਭਰਾ ਨੂੰ ਕਰਨੇ ਚਾਹੀਦੇ ਆ, ਪਰ ਮੈਨੂੰ ਤੇ ਮੇਰੀ SDM ਧੀ ਨੂੰ ਲਗਾਤਾਰ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਵੀ ਅਸੀਂ ਆਪਣੀ ਮਾਂ ਦਾ ਕਤਲ ਕਰ ਦਿੱਤਾ। ਦੇਖੋ, ਸਵਾਲ ਤਾਂ ਇਹ ਹੈ ਕਿ ਮਾਤਾ ਦੀ ਮੌਤ ਹੋਈ ਹੈ ਤੇ ਔਲਾਦ ਦੇ ਉੱਤੇ ਗੱਲ ਆਉਣੀ ਹੈ, ਪਰ ਜੇਕਰ ਦੋਵੇਂ ਭਰਾ ਬੇਸ਼ੱਕ ਨਹੀਂ ਸੀ ਬਣਦੀ ਤੇ ਮਾਤਾ ਦੇ ਮਾਮਲੇ ਦੇ ਉੱਤੇ ਆਪਸ ਦੇ ਵਿੱਚ ਗੱਲਬਾਤ ਕਰ ਲੈਂਦੇ, ਭਾਵੇਂ ਕਿ ਜਿੰਨੀਆਂ ਮਰਜ਼ੀ ਦੂਰੀਆਂ ਵੱਧ ਗਈਆਂ ਸੀ, ਪਰਿਵਾਰਕ ਦੂਰੀਆਂ ਇੰਨੀਆਂ ਸੀ ਜਿਹੜੀਆਂ ਕਿ ਮਿਟਣ ਦੀ ਸੰਭਾਵਨਾ ਨਹੀਂ ਸੀ, ਫਿਰ ਵੀ ਮਾਤਾ ਦੇ ਨਾਂ ਦੇ ਉੱਤੇ ਗੱਲਬਾਤ ਕਦੇ ਕਦਾਈ ਜ਼ਰੂਰ ਹੋਣੀ ਚਾਹੀਦੀ ਸੀ ਜਾਂ ਆਲੇ ਦੁਆਲੇ ਜਾਣਕਾਰੀ ਲੈਣੀ ਚਾਹੀਦੀ ਸੀ। ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਲੋਕਾਂ ਦੇ ਵੱਲੋਂ ਵਿਚਾਰ ਪ੍ਰਗਟਾਵਾ ਕੀਤਾ ਜਾ ਰਿਹਾ। ਪਹਿਲਾਂ ਰਜਿੰਦਰ ਸਿੰਘ ਰਾਜਾ ਦੇ ਵੱਲੋਂ ਕੀਤੀ ਗਈ ਗੱਲਬਾਤ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਬਜ਼ੁਰਗ ਮਾਤਾ ਨੂੰ ਘਰ ਦੇ ਵਿੱਚੋਂ ਕੱਢਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਣ ਦੇ ਉੱਤੇ ਪਹਿਲੀ ਵਾਰ ਪੁੱਤਰ ਰਜਿੰਦਰ ਸਿੰਘ ਰਾਜਾ ਨੇ ਕੈਮਰੇ ਦੇ ਸਾਹਮਣੇ ਆ ਕੇ ਸਫਾਈ ਪੇਸ਼ ਕੀਤੀ ਹੈ। ਉਸ ਨੇ ਸਫਾਈ ਪੇਸ਼ ਕਰਦੇ ਹੋਏ ਕਿਹਾ ਕਿ ਮੈਨੂੰ ਇਸ ਘਟਨਾ ਦੇ ਉੱਤੇ ਪਛਤਾਵਾ ਹੈ। ਜ਼ਿਕਰਯੋਗ ਹੈ ਕਿ ਮਿੱਟੀ ਦੇ ਗਾਰੇ ਦੀਆਂ ਖੜੀਆਂ ਕੀਤੀਆਂ 2-2 ਫੁੱਟ ਕੰਧਾਂ ਦੇ ਸਹਾਰੇ ਬਜ਼ੁਰਗ ਮਾਤਾ ਦਿਨ ਕੱਟੀ ਕਰ ਰਹੀ ਸੀ ਤੇ ਹਾਲਾਤ ਇੰਨੇ ਮਾੜੇ ਹੋ ਗਏ ਸਨ ਕਿ ਬੀਬੀ ਦੇ ਸਰੀਰ ਦੇ ਵਿੱਚ ਕੀੜੇ ਪੈਣੇ ਸ਼ੁਰੂ ਹੋ ਗਏ ਸਨ, ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇਸ ਬਜ਼ੁਰਗ ਬੀਬੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਪਰ ਉੱਥੇ ਉਹਨਾਂ ਦੀ ਮੌਤ ਹੋ ਗਈ।
ਦੱਸਣਾ ਬਣਦਾ ਹੈ ਕਿ ਬਜ਼ੁਰਗ ਮਾਤਾ ਦੇ ਦੋਵੇਂ ਪੁੱਤਰ ਵੱਡੇ ਅਹੁਦਿਆਂ ਦੇ ਉੱਤੇ ਤਾਇਨਾਤ ਸਨ ਤੇ ਇੱਕ ਪੁੱਤਰ ਐਕਸਾਈਜ਼ ਵਿਭਾਗ ਦੇ ਵਿੱਚੋਂ ਸੇਵਾ ਮੁਕਤ ਹੋਇਆ ਤੇ ਦੂਜਾ ਰਾਜਨੀਤਿਕ ਪਾਰਟੀ ਨਾਲ ਜੁੜਿਆ ਸੀ, ਜਦ ਕਿ ਧੀ ਸਿੱਖਿਆ ਵਿਭਾਗ ਦੇ ਵਿੱਚ ਤਾਇਨਾਤ ਹੈ ਤੇ ਪੋਤੀ PCS SDM ਫਰੀਦਕੋਟ ਦੇ ਵਿੱਚ ਲੱਗੀ ਹੈ। ਇੰਨੇ ਵੱਡੇ ਅਹੁਦਿਆਂ ਦੇ ਉੱਤੇ ਤਾਇਨਾਤ ਪਰਿਵਾਰ ਵੱਲੋਂ ਇੱਕ ਬਜ਼ੁਰਗ ਮਾਤਾ ਦੀ ਸੰਭਾਲ ਨਾ ਕਰਨਾ ਕਿਤੇ ਨਾ ਕਿਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਮਾਰਨ ਵਾਲੀ ਗੱਲ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ 32-33 ਸਾਲ ਤੋਂ ਮੈਂ ਆਪਣੇ ਭੈਣ ਭਰਾਵਾਂ ਤੋਂ ਦੂਰ ਰਹਿ ਰਿਹਾ ਹਾਂ ਤੇ ਮੇਰੀ ਮਾਂ ਉਹਨਾਂ ਦੇ ਨਾਲ ਰਹਿੰਦੀ ਸੀ, ਪਰ ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰੀ ਮਾਂ ਇਸ ਹਾਲਤ ਦੇ ਵਿੱਚ ਹੈ ਤਾਂ ਮੈਂ ਕਦੇ ਵੀ ਇਹ ਕੁਝ ਨਾ ਹੋਣ ਦਿੰਦਾ। ਹਾਲਾਂਕਿ ਮੈਂ ਇਸ ਘਟਨਾ ਨੂੰ ਲੈ ਕੇ ਦੋਸ਼ੀ ਨਹੀਂ, ਪਰ ਫਿਰ ਵੀ ਲੋਕ ਮੈਨੂੰ ਨਿੰਦ ਰਹੇ ਨੇ। ਮੇਰੇ ਭਰਾ ਭੈਣ ਜ਼ਰੂਰ ਦੋਸ਼ੀ ਨੇ ਕਿਉਂਕਿ ਮਾਤਾ ਉਹਨਾਂ ਨਾਲ ਰਹਿ ਰਹੀ ਸੀ, ਪਰ ਮੈਨੂੰ ਇਸ ਮੁਤਲਕ ਜਾਣਕਾਰੀ ਨਹੀਂ ਸੀ, ਪਰ ਫਿਰ ਵੀ ਮੈਂ ਖੁਦ ਨੂੰ ਦੋਸ਼ ਮੁਕਤ ਨਹੀਂ ਕਰਦਾ। ਮੈਂ ਸਭ ਬਰਦਾਸ਼ਤ ਕਰ ਸਕਦਾ, ਪਰ ਜਦੋਂ ਮੇਰੀ ਧੀ ਦੇ ਉੱਤੇ ਕੋਈ ਸਵਾਲ ਉੱਠਦਾ ਹੈ ਤਾਂ ਮੈਂ ਇਹ ਗੱਲ ਨਹੀਂ ਸੁਣ ਸਕਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਵਿੱਚ ਜਿੱਥੇ ਅਸੀਂ ਇਹ ਗੱਲ ਕਹਿੰਦੇ ਸੀ ਕਿ ਬਗਾਨਿਆਂ ਨੂੰ ਵੀ ਆਪਣੇ ਬਣਾ ਲਿਆ ਜਾਂਦਾ, ਇੰਨੀ ਕਿ ਸਾਡੇ ਅੰਦਰ ਦਰਿਆਦਲੀ ਹੈ, ਇੰਨੀ ਕਿ ਸਾਡੇ ਅੰਦਰ ਹਮਦਰਦੀ ਹੈ ਕਿ ਜੇਕਰ ਕੋਈ ਵੀ ਤੜਫ ਰਿਹਾ ਹੋਵੇ ਤਾਂ ਅਸੀਂ ਆਪਣਾ ਤਨ ਮਨ ਧਨ ਸਭ ਕੁਝ ਲਾ ਕੇ ਉਹਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰਦੇ ਸੀ। ਇਹ ਬੀਤੇ ਦੀਆਂ ਬਾਤਾਂ ਹੋ ਕੇ ਰਹਿ ਗਈਆਂ। ਕੁਝ ਇੱਕ ਲੋਕ ਹਾਲੇ ਵੀ ਸ਼ਾਇਦ ਇਸ ਤਰੀਕੇ ਦੀ ਹਮਦਰਦੀ ਰੱਖਦੇ ਹੋਣ, ਇਨਸਾਨੀ ਕਦਰਾਂ ਕੀਮਤਾਂ ਜਿਉਂਦੀਆਂ ਹੋਣ, ਨਹੀਂ ਤਾਂ ਖਬਰਾਂ ਚੰਗੇ ਤੋਂ ਉਲਟੀ ਆਉਂਦੀਆਂ। ਪਿਛਲੇ ਦਿਨੀ ਖੰਨੇ ਦੇ ਵੱਲ ਇੱਕ ਛਲਾਰੂ ਜਿਹੇ ਮੁੰਡੇ ਦੇ ਵੱਲੋਂ ਆਪਣੀ ਦਾਦੀ ਦੇ ਮੂੰਹ ਦੇ ਉੱਤੇ ਚਪੇੜਾਂ ਮਾਰੀਆਂ ਗਈਆਂ। ਦਾਦੀ ਹੈ ਜਿਹੜੀ ਸੋਟੀ ਦੇ ਸਹਾਰੇ ਤੁਰਦੀ ਸੀ, ਉਹਦੇ ਮੂੰਹ ਤੇ ਚਪੇੜਾਂ ਮਾਰ ਕੇ ਉਹਨੂੰ ਖਿੱਚ ਕੇ ਗਲੀ ਦੇ ਵਿੱਚ ਲਿਆਂਦਾ ਜਾਂਦਾ। ਉਸ ਮੁੰਡੇ ਨੂੰ ਵੀ ਰੱਜ ਕੇ ਲਾਹਣਤਾਂ ਪਾਈਆਂ ਸੀ। ਪਰ ਜਿਸ ਤਰੀਕੇ ਦੇ ਨਾਲ ਹੁਣ ਮੁਕਤਸਰ ਸਾਹਿਬ ਦੇ ਵਿੱਚੋਂ ਖਬਰ ਆਈ, ਇਸ ਖਬਰ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਪਰ ਰਜਿੰਦਰ ਸਿੰਘ ਰਾਜਾ ਦਾ ਵੀ ਪੱਖ ਸੁਣਨ ਵਾਲਾ। ਅਸੀਂ ਇਹ ਗੱਲ ਮੰਨ ਸਕਦੇ ਹਾਂ ਕਿ ਮਾਤਾ ਦੂਜੇ ਭਰਾ ਦੇ ਨਾਲ ਰਹਿੰਦੀ ਸੀ। ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਬਹੁਤ ਕੁਝ ਹੁੰਦਾ ਜਿਹਦੇ ਕਰਕੇ ਮਾਤਾ ਕਿਸੇ ਕੋਲੇ ਜਾਂ ਪਿਤਾ ਕਿਸੇ ਕੋਲੇ ਰਹਿੰਦਾ ਹੈ। ਕਿਉਂਕਿ ਬਚਪਨ ਦੇ ਵਿੱਚ ਅਸੀਂ ਕਹਿੰਦੇ ਹਾਂ ਜੀ ਕਿ ਮਾਂ ਮੇਰੀ ਆ, ਮਾਂ ਮੇਰੀ ਆ, ਤੇ ਜਦੋਂ ਬੁੱਢੀ ਹੋ ਜਾਂਦੀ ਆ ਮਾਂ ਜਾਂ ਬਾਪ, ਉਦੋਂ ਕਹਿੰਦੇ ਆ ਵੀ ਮਾਂ ਤੇਰੀ ਆ ਤੇ ਮਾਂ ਤੇਰੀ ਆ। ਇਹ ਤਾਂ ਕੁਝ ਹੁਣ ਸਾਨੂੰ ਸਭ ਨੂੰ ਪਤਾ, ਪਰ ਅਸੀਂ ਇਹਨਾਂ ਗੱਲਾਂ ਤੋਂ ਕਦੇ ਸਮਝਣ, ਸਿੱਖਣ ਤੇ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਰਜਿੰਦਰ ਸਿੰਘ ਰਾਜਾ ਦਾ ਇਹ ਕਹਿਣਾ ਜੀ ਕਿ ਮੈਂ ਹੁਣ ਤੱਕ ਕਈ ਵਾਰ ਚੋਣ ਵੀ ਲੜੀ ਹੈ, ਮੈਨੂੰ ਘਰਦਿਆਂ ਨੇ ਕੱਢਿਆ, ਮੈਂ ਕੁਆਟਰਾਂ ਦੇ ਵਿੱਚ ਰਿਹਾ, ਮੈਂ ਬਹੁਤ ਬੁਰੀ ਹਾਲਤ ਦੇ ਵਿੱਚ ਵੀ ਰਿਹਾ, ਆਪਣੇ ਕੇਸ ਆਪੇ ਲੜੇ, ਟੱਬਰ ਨੇ ਕਦੇ ਵੀ ਮੇਰੀ ਪੈਰਵੀ ਨਹੀਂ ਕੀਤੀ ਤੇ ਮੇਰਾ ਕਦੇ ਹਾਲ ਚਾਲ ਨਹੀਂ ਪੁੱਛਿਆ। ਇਸ ਕਰਕੇ ਮਾਨਸਿਕ ਤੌਰ ਦੇ ਉੱਤੇ ਦੂਰੀਆਂ ਬਹੁਤ ਬਣ ਗਈਆਂ। ਪਰ ਇਸ ਸਭ ਕੁਝ ਦੇ ਬਾਵਜੂਦ ਮਨ ਦੇ ਵਿੱਚ ਬਤੌਰ ਇਨਸਾਨ ਹਰ ਕਿਸੇ ਦੇ ਗੱਲ ਆ ਰਹੀ ਹੈ ਕਿ ਭਾਵੇਂ ਤੁਸੀਂ ਭਰਾ ਨਾਲ ਨਹੀਂ ਬੋਲਦੇ, ਭਾਵੇਂ ਤੁਹਾਡੀ ਭੈਣਾਂ ਨਾਲ ਵਿਗੜ ਗਈ, ਪਰ ਤੁਹਾਡੇ ਕੋਲ ਇੱਕ ਖੂਨ ਦੇ ਰਿਸ਼ਤੇ ਦੀ ਸਾਂਝ ਦਾ ਇੱਕ ਕੇਂਦਰ ਹੈ। ਉਹ ਤੁਹਾਡੀ ਮਾਤਾ ਜਾਂ ਤੁਹਾਡੀ ਆਪਣੀ ਔਲਾਦ ਹੋ ਸਕਦੀ ਹੈ, ਜਿਹੜੀ ਕਿ ਮਾਤਾ ਦੀ ਤੁਸੀਂ ਕੁੱਖ ਦੇ ਵਿੱਚੋਂ ਨਿਕਲੇ ਆ। ਉਸ ਮਾਤਾ ਨੂੰ ਕਦੇ ਕਦਾਈ ਟੈਲੀਫੋਨ ਖੜਕਾਉਣਾ, ਕਦੇ ਕਦਾਈ ਹਾਲ ਵੀ ਪੁੱਛਣਾ ਚਾਹੀਦਾ ਸੀ, ਪਰ ਇੱਦਾਂ ਹੋ ਨਹੀਂ ਸਕਿਆ। ਉਹਦੇ ਵੱਖੋ ਵੱਖਰੇ ਪਰਿਵਾਰਕ ਕਾਰਨ ਹੋਣਗੇ, ਪਰ ਜਿਸ ਤਰੀਕੇ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵੱਲੋਂ ਰਾਜੇ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਤੇ ਇਸ ਸਾਰੇ ਮਾਮਲੇ ਦਾ ਕਸੂਰ ਆ ਜਿਹੜਾ ਉਹ ਰਾਜਾ ਪਰਿਵਾਰ ਦੇ ਉੱਤੇ ਪਿਆ, ਇਹ ਵੀ ਗੱਲ ਸੋਚਣੀ ਵਿਚਾਰਨੀ ਬਣਦੀ ਆ। ਕਿਉਂਕਿ ਰਾਜੇ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਸਿਆਸਤ ਕੀਤੀ ਗਈ ਹੈ। ਅਕਾਲੀ ਦਲ, ਬਾਦਲ ਤੇ ਕਈ ਹੋਰ ਸਿਆਸੀ ਧਿਰਾਂ ਜਿਹੜੀਆਂ ਕਿ ਮੁਕਤਸਰ ਦੇ ਵਿੱਚ ਮਲੋਟ ਦੇ ਵਿੱਚ ਕੰਮਦੀਆਂ ਸੀ, ਉਹਨਾਂ ਨੂੰ ਹੁਣ ਇਹ ਜਾਪਿਆ ਜੀ ਕਿ ਸਾਨੂੰ ਖਤਰਾ ਤੇ ਹੁਣ ਮੌਕਾ ਹੈਗਾ ਰਜਿੰਦਰ ਸਿੰਘ ਨੂੰ ਢਾਲੋ। ਭਾਵੇਂ ਕਿ ਉਹਨਾਂ ਨੇ ਇਹ ਸਾਜ਼ਿਸ਼ ਦੇ ਹਿੱਸੇ ਗੱਲ ਲਿਆਂਦੀ ਹੈ, ਪਰ ਮੇਰੇ ਖਿਆਲ ਦੇ ਮੁਤਾਬਕ ਸੋਸ਼ਲ ਮੀਡੀਆ ਦੇ ਉੱਤੇ ਲੋਕ ਜਜ਼ਬਾਤੀ ਰੌਂ ਦੇ ਵਿੱਚ ਗੱਲ ਕਰ ਰਹੇ ਆ ਤੇ ਜਜ਼ਬਾਤ ਮਨੁੱਖ ਦੇ ਮਨ ਦੇ ਵਿੱਚੋਂ ਉਮੜਨੇ ਆਮ ਗੱਲ ਹੈ। ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ। ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ। ਅਸੀਂ ਧਨ ਦੌਲਤ ਤੋਂ ਕੀ ਕਰਵਾ ਲਾਂਗੇ, ਭਾਵੇਂ ਮੈਂ ਆ ਤੇ ਭਾਵੇਂ ਕੋਈ ਹੋਰ ਆ, ਸਭਨਾਂ ਦੇ ਉੱਤੇ ਗੱਲ ਲਾਗੂ ਹੁੰਦੀ ਹੈ। ਸੋ ਪੱਖ ਉਹਨਾਂ ਨੇ ਆਪਣਾ ਪੇਸ਼ ਕੀਤਾ, ਸਫਾਈ ਪੇਸ਼ ਕੀਤੀ ਹੈ। ਲੋਕਾਂ ਦਾ ਸਹਿਮਤ ਹੋਣਾ ਜਾਂ ਅਸਹਿਮਤ ਹੋਣਾ ਇੱਕ ਵੱਖਰੀ ਗੱਲ ਹੈ, ਪਰ ਇਨਸਾਨ ਹੋਣ ਦੇ ਨਾਤੇ ਰਜਿੰਦਰ ਸਿੰਘ ਰਾਜਾ ਹੋਰੀ ਵੀ ਸੋਚਣ ਕਿ ਕਾਸ਼ ਕਿਤੇ ਇਹੋ ਜਿਹਾ ਮੌਕਾ ਨਾ ਬਣਦਾ ਤੇ ਆਖਰੀ ਵੇਲੇ ਆਪਣੇ ਮਾਪਿਆਂ ਦੀ ਸੇਵਾ ਕਰਨ ਦਾ ਮੌਕਾ ਬਣ ਜਾਂਦਾ। ਕਿਉਂਕਿ ਅਸੀਂ ਵੀ ਉਸ ਉਮਰ ਪੜਾਅ ਦੇ ਵਿੱਚ ਆਉਣਾ, ਜੇਕਰ ਜਿਉਂਦੇ ਰਹੇ, ਮੈਂ ਵੀ ਆਉਣਾ, ਬਾਕੀ ਵੀ ਸਾਰੇ ਲੋਕਾਂ ਨੇ ਆਉਣਾ। ਜੇਕਰ ਸਾਨੂੰ ਆਪਣਿਆਂ ਦੇ ਵੱਲੋਂ ਦੁਰਕਾਰ ਦਿੱਤਾ ਜਾਵੇ ਜਾਂ ਖਿਆਲ ਨਾ ਕੀਤਾ ਜਾਵੇ ਵੱਖੋ ਵੱਖਰੇ ਕਾਰਨਾਂ ਦੇ ਕਰਕੇ, ਤਾਂ ਮਨ ਦੇ ਉੱਤੇ, ਤਨ ਦੇ ਉੱਤੇ ਕੀ ਬੀਤੂਗੀ ਆਪਾਂ ਸਮਝ ਸਕਦੇ ਹਾਂ। ਪਰ ਰਜਿੰਦਰ ਸਿੰਘ ਰਾਜਾ ਨੇ ਆਪਣੀ ਸਫਾਈ ਪੇਸ਼ ਕੀਤੀ ਹੈ। ਲੋਕਾਂ ਦੇ ਵੱਲੋਂ ਕੀ ਇਸ ਸਫਾਈ ਦੇ ਉੱਤੇ ਸੋਚਿਆ ਜਾਂਦਾ ਹੈ, ਇਹ ਇੱਕ ਵੱਖਰੀ ਗੱਲ ਆ ਉਹਨਾਂ ਦੇ ਕਹਿਣ ਦੇ ਮੁਤਾਬਕ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੀ ਕੁਝ ਹੁੰਦਾ ਵਾਪਰਦਾ, ਆਪਾਂ ਇਹਦੇ ਮੁਤਲਕ ਸਾਰਾ ਕੁਝ ਜਾਣਦੇ ਹਾਂ। ਜੇਲ੍ਹਾਂ ਦੇ ਬਾਹਰ ਬੇਸ਼ੱਕ ਮੋਟੇ ਅੱਖਰਾਂ ਦੇ ਵਿੱਚ ਲਿਖਿਆ ਹੁੰਦਾ ਇਹ ਸੁਧਾਰ ਘਰ ਹੈ, ਪਰ ਸੁਧਾਰ ਘਰ ਦੇ ਵਿੱਚ ਕਿੰਨੇ ਕੁ ਸੁਧਾਰ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਪਤਾ। ਕਿਉਂਕਿ ਕੋਈ ਹਫ਼ਤਾ ਨਹੀਂ ਹੁੰਦਾ ਜਦੋਂ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚੋਂ ਮੋਬਾਈਲ ਨਾ ਫੜੇ ਜਾਣ, ਜਾਂ ਨਸ਼ਾ ਨਾ ਫੜਿਆ ਜਾਵੇ, ਜਾਂ ਜੇਲ੍ਹ ਦੇ ਅਧਿਕਾਰੀਆਂ ਤੇ ਹਮਲਾ ਨਾ ਹੋਵੇ, ਜਾਂ ਕੈਦੀ ਆਪਸ ਦੇ ਵਿੱਚ ਨਾ ਭਿੜਨ, ਤੇ ਜਾਂ ਜੇਲ੍ਹ ਦੇ ਅੰਦਰੋਂ ਫੇਸਬੁੱਕ ਦੇ ਖਾਤੇ ਨਾ ਚੱਲਣ।
ਉਸ ਦੇ ਬਾਵਜੂਦ ਇਹ ਗੱਲ ਕਹੀ ਜਾਂਦੀ ਹੈ ਕਿ ਜੇਲ੍ਹਾਂ ਦੇ ਵਿੱਚ ਸਭ ਕੁਝ ਠੀਕ ਆ, ਜੇਲ੍ਹਾਂ ਦੇ ਪ੍ਰਬੰਧ ਸੁਲੱਖਣੇ ਕਰ ਦਿੱਤੇ ਗਏ ਆ, ਜੈਮਰ ਲਗਾ ਦਿੱਤੇ ਗਏ ਆ ਜਾਂ ਲਾਵਾਂਗੇ, ਅਸੀਂ ਇੱਥੇ ਸੁਰੱਖਿਆ ਦੇ ਪ੍ਰਬੰਧ ਅੰਦਰ ਖਾਤੇ ਬਹੁਤ ਵਧੀਆ ਤੇ ਵੱਡੇ ਪੱਧਰ ਦੇ ਉੱਤੇ ਮਜ਼ਬੂਤ ਕੀਤੇ ਆ। ਪਰ ਇਹਦੀ ਇੱਕ ਉਦਾਹਰਨ ਹੁਣ ਪਟਿਆਲੇ ਦੇ ਵਿੱਚੋਂ ਸਾਹਮਣੇ ਆਈ ਆ। ਪਟਿਆਲੇ ਦੀ ਕੇਂਦਰੀ ਜੇਲ੍ਹ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਮੋਬਾਈਲ ਫੜਨ ਦੇ ਲਈ। ਇੱਕ ਬੈਰਕ ਦੇ ਵੱਲ ਜਾਇਆ ਜਾਂਦਾ ਹੈ, ਉਸ ਬੈਰਕ ਦੇ ਵਿੱਚ ਜਿਹੜੀ ਟਿਊਬ ਲਾਈਟ ਆ ਉਹਦੇ ਵਿੱਚ 2 ਮੋਬਾਈਲ ਫੋਨ ਲੁਕੋਏ ਗਏ ਆ। ਜਦੋਂ ਪੁਲਿਸ ਅਧਿਕਾਰੀ ਉਹਨਾਂ ਮੋਬਾਈਲਾਂ ਨੂੰ ਹਾਸਲ ਕਰਦੇ ਆ ਤਾਂ ਉਸ ਤੋਂ ਬਾਅਦ ਜਿਹੜੇ ਕੈਦੀ ਆ ਟੁੱਟ ਕੇ ਪੈ ਜਾਂਦੇ, ਇੱਟਾਂ ਤੇ ਰੋੜਿਆਂ ਦੇ ਨਾਲ ਹਮਲਾ ਕਰਦੇ ਆ, ਜਿਹਦੇ ਵਿੱਚ ਵਰੁਣ ਸ਼ਰਮਾ ਜਿਹੜੇ ਕਿ ਇਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਆ, ਉਹਨਾਂ ਦੇ ਸਿਰ ਦੇ ਵਿੱਚ ਸੱਟ ਬੜੀ ਗੰਭੀਰ ਲੱਗਦੀ ਹੈ। ਉਹ ਇਸ ਵਕਤ ਰਜਿੰਦਰਾ ਹਸਪਤਾਲ ਪਟਿਆਲੇ ਦੇ ਵਿੱਚ ਦਾਖਲ ਹੈ। 2 ਹੋਰ ਅਧਿਕਾਰੀਆਂ ਦੇ ਸੱਟਾਂ ਲੱਗਦੀਆਂ ਤੇ ਹੁਣ ਇਹਨਾਂ 9-10 ਦੇ ਕਰੀਬ ਜਿਹੜੇ ਕਿ ਇਸ ਮਾਮਲੇ 'ਚ ਕਸੂਰਵਾਰ ਆ, ਜਿਨ੍ਹਾਂ ਨੇ ਹਮਲਾ ਕੀਤਾ, ਉਹਨਾਂ ਦੇ ਉੱਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਹੋ ਗਿਆ। ਜੇ ਤਾਂ ਗੱਲ ਇੱਥੇ ਹੀ ਖਤਮ ਕਰ ਦਈਏ ਵੀ ਪਰਚਾ ਦਰਜ ਹੋ ਗਿਆ, ਜਿਹਨੇ ਜੋ ਕੀਤਾ ਉਹਨੂੰ ਉਵੇਂ ਭੁਗਤਣਾ ਪਊਗਾ, ਤਾਂ ਗੱਲ ਖਤਮ। ਪਰ ਇੱਥੋਂ ਇੱਕ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਚੱਲਦਾ ਕੀ ਕੁਝ ਆ। ਕਿਉਂਕਿ ਹੁਣ ਤੱਕ ਤਾਂ ਅਸੀਂ ਹਿੰਦੀ ਫਿਲਮਾਂ ਦੇ ਵਿੱਚ ਦੇਖਦੇ ਸੀ ਵੀ ਜਿਹੜੇ ਗੁੰਡੇ ਬਦਮਾਸ਼ ਬਹੁਤ ਵੱਡੇ ਆ, ਉਹ ਛੋਟੇ ਲੋਕਾਂ ਤੋਂ ਜਿਹੜੇ ਕਿ ਛੋਟੇ ਕਸੂਰਵਾਰ ਜਾਂਦੇ, ਜਿਹੜੇ ਨਵੇਂ ਜਾਂਦੇ ਆ, ਪਹਿਲੀ ਵਾਰ ਜਾਂਦੇ ਆ, ਉਹਨਾਂ ਕੋਲੋਂ ਮਸਾਜਾਂ ਕਰਵਾਉਂਦੇ ਆ ਤੇ ਲੱਤਾਂ ਘੁਟਵਾਉਂਦੇ ਆ। ਪਰ ਹੁਣ ਇਹ ਕੁਝ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੀ ਚੱਲ ਰਿਹਾ। ਪਿਛਲੇ ਦਿਨੀ ਪੰਜਾਬ ਦੇ ਜੇਲ੍ਹ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਬਹੁਤ ਕੁਝ ਕਰਨਾ ਲੋੜੀਂਦਾ, ਪਰ ਸਾਡੇ ਕੋਲੇ ਉਨੇ ਪ੍ਰਬੰਧ ਨਹੀਂ, ਸਾਡੇ ਕੋਲੇ ਬਜਟ ਦੀ ਵੀ ਘਾਟ ਆ, ਅਮਲੇ ਫੈਲੇ ਦੀ ਵੀ ਘਾਟ ਆ। ਇਹ ਅਮਲਾ ਫੈਲਾ ਤੇ ਬਜਟ ਤਾਂ ਸਰਕਾਰ ਨੇ ਪੈਦਾ ਕਰਨਾ, ਇਹ ਤਾਂ ਗੱਲ ਪੱਕੀ ਹੈ। ਪਰ ਜੇਲ੍ਹਾਂ ਦੇ ਵਿੱਚ ਸਾਰਾ ਕੁਝ ਚੰਗਾ ਹੋਵੇ ਤੇ ਅਸਲੀ ਸੁਧਾਰ ਘਰ ਬਣਨ, ਇਸ ਗੱਲ ਦੀ ਸਮੇਂ ਦੀ ਬੜੀ ਵੱਡੀ ਜ਼ਰੂਰਤ ਹੈ। ਪਿਛਲੇ ਦਿਨੀ ਫਿਰੋਜ਼ਪੁਰ ਦੀ ਇੱਕ ਜੇਲ੍ਹ ਦੇ ਵਿੱਚੋਂ ਕੈਦੀ ਆਇਆ, ਉਹਨੇ ਇਹ ਗੱਲ ਕਹੀ ਸੀ ਜੀ ਕਿ ਜਿਵੇਂ ਹੋਟਲਾਂ ਦੇ ਵਿੱਚ ਸਾਰਾ ਸਮਾਨ ਮਿਲਦਾ, ਜੇਲ੍ਹਾਂ ਦੇ ਵਿੱਚ ਵੀ ਇਵੇਂ ਮਿਲਦਾ, ਤੁਹਾਡੀ ਜੇਬ ਭਾਰੀ ਹੋਣੀ ਚਾਹੀਦੀ ਆ। ਤੇ ਇਹ ਗੱਲਾਂ ਅਸੀਂ ਕਈ ਥਾਵਾਂ ਤੇ ਸੁਣਦੇ ਵੀ ਹਾਂ। ਜਦੋਂ ਪੁਲਿਸ ਦੇ ਕਰਮਚਾਰੀ ਜਾਂ ਜੇਲ੍ਹਾਂ ਦੇ ਵਿੱਚ ਜਿਹੜੇ ਰਾਖੇ ਲੱਗੇ ਆ, ਉਹ ਆਪਣੀਆਂ ਜੁਰਾਬਾਂ ਦੇ ਵਿੱਚ, ਉਹ ਆਪਣੀਆਂ ਨੀਕਰਾਂ ਦੇ ਵਿੱਚ, ਉਹ ਆਪਣੇ ਗੁਪਤ ਅੰਗਾਂ ਦੇ ਵਿੱਚ ਲੁਕੋ ਕੇ ਨਸ਼ਾ ਲੈ ਕੇ ਜਾਣਗੇ ਕੈਦੀਆਂ ਦੇ ਵਾਸਤੇ, ਤਾਂ ਫਿਰ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਇਹ ਸੁਧਾਰ ਘਰ ਕਿੰਨੇ ਕੁ ਸੁਧਾਰ ਘਰ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।